एक तरह ਤੁਹਾਨੂੰ ਅਲਟਰਨੇਟਿਵ ਸਰਕਾਰ ਦੇ ਤੌਰ ਤੇ ਦੇਖਿਆ ਜਾ ਰਿਹਾ ਪੰਜਾਬ 'ਚ ਬਦਲਵੀਂ ਸਰਕਾਰ ਤੁਸੀਂ ਹੋ ਕੋਈ ਗੱਲ ਹੁੰਦੀ ਅਗਲਾ ਕਹਿੰਦਾ ਕਿਸਾਨ ਮੋਰਚੇ ਵਾਲਿਆਂ ਕੋਲ ਚੱਲੋ ਕੋਈ ਲੋਕਲ ਮਸਲਾ ਹੁਣ ਤਾਂ ਉਹ ਵੀ ਆਉਣ ਲੱਗ ਗਈ ਚੋਣਾਂ ਆ ਰਹੀਆਂ 2022 ਦੀਆਂ ਕੀ ਤਿਆਰੀ ਹੈ ਪਹਿਲਾ ਅੰਦੋਲਨ ਹੈ ਜਿਹੜੇ ਲੋਕ ਆਪਣੇ ਸਿਧਾਂਤ ਛੱਡ ਜਾਂਦੇ ਨੇ ਉਹ ਕਦੇ ਫਿਰ ਕਿਸੇ ਦੇ ਨਹੀਂ ਹੋ ਸਕਦੇ ਸੋ ਸਿਧਾਂਤ ਦੀ ਲੜਾਈ ਹੈ ਪਹਿਲਾ ਅੰਦੋਲਨ ਦੀ ਜਿੱਤ ਜ਼ਰੂਰੀ ਆ ਸੱਤਾ ਦਾ ਬਦਲਾਅ ਇਸ ਵਾਰ ਨਹੀਂ ਹੋਏਗਾ ਅਗਲੀ ਵਾਰ ਹੋ ਜਾਏਗਾ ਉਹਦੇ ਵਿੱਚ ਸਾਨੂੰ ਕੋਈ ਕਾਲ ਨਹੀਂ ਅੰਦੋਲਨ ਜੇ ਜਿੱਤ ਜਾਂਦਾ ਪਾਰਟੀ ਬਣੇਗੀ ਦੇਖੋ ਪਾਰਟੀ ਜਿਹੜੀ ਆ ਉਹ ਮੈਂ ਤਾਂ ਨਹੀਂ ਮੈਂ ਪਹਿਲਾਂ ਹੀ ਕਹਿਤਾ ਕਿ ਮੈਂ ਬਿਲਕੁਲ ਤੁਸੀਂ ਪੱਕਾ ਲੜਨੀ ਨਹੀਂ ਤੁਸੀਂ ਮੈਂ ਪੱਕਾ ਨਹੀਂ ਕਦੇ ਨਹੀਂ ਇਲੈਕਸ਼ਨ ਜ਼ਿੰਦਗੀ ਚ ਲੜਾਂਗਾ ਦੇਖ ਲਓ ਜੇ ਲੜੇ ਅਸੀਂ ਆ ਸਟੇਟਮੈਂਟ ਕੱਢ ਕੇ ਚਲਾਵਾਂਗੇ ਤੁਹਾਡੀ ਤੁਸੀਂ ਮੈਨੂੰ ਫੜ ਲੈਣਾ ਐਲਾਨ ਕੀਤਾ ਤੁਸੀਂ ਕਿ ਪੋਲੀਟੀਕਲ ਪਾਰਟੀਆਂ ਦੇ ਬਾਰੇ ਇੱਕ ਜਾਬਤਾ ਤੁਸੀਂ ਜਾਰੀ ਕਰਤਾ ਕਿਸਾਨ ਜਾਬਤਾ ਦੂਜੇ ਪਾਸੇ ਗੁਰਾਹਾਂ ਹੋਰੀ ਕਹਿੰਦੇ ਮੈਂ 32 ਜਥੇਬੰਦੀਆਂ ਨਾਲ ਸਹਿਮਤ ਨਹੀਂ ਉਹਨਾਂ ਨੇ ਆਪਣੀ ਕਿਸ ਭਾਵਨਾ ਨਾਲ ਕਿਹਾ ਉਹ ਉਹੀ ਦੱਸ ਸਕਦੇ ਨੇ ਪਰ ਅਸੀਂ ਉਹਨਾਂ ਨੂੰ ਕਵਾਂਗੇ ਵੀ ਆਪਾਂ ਜਿਹੜਾ ਪੰਜਾਬ ਦਾ ਕੋਈ ਫੈਸਲਾ ਲਿਆ ਹੈਗਾ ਤੁਸੀਂ ਸਾਡਾ ਸਾਥ ਦਿਓ ਕੋਈ ਨਾਰਾਜ਼ ਨੇ ਪੋਲੀਟੀਕਲ ਪਾਰਟੀਆਂ ਨਹੀਂ ਉਹ ਹੋਣਗੇ ਨਾਰਾਜ਼ ਕੱਲ ਕੈਪਟਨ ਸਾਹਿਬ ਦਾ ਇੱਕ ਬਿਆਨ ਆ ਗਿਆ ਕਿ ਜੀ ਇਹ ਮੋਰਚੇ ਐ ਕਰ ਦਿਓ ਪਹਿਲਾਂ ਉਹ ਕਹਿ ਦਿਓ ਸੁਖਵੀਰ ਨੇ ਉਦੋਂ ਕਹਿਤਾ ਸੀ ਸਟੇਜ ਤੋਂ ਕਿ ਭਾਈ ਅਸੀਂ ਇਸ਼ਾਰਾ ਕਰਤਾ ਤਾਂ ਐ ਹੋ ਜੂ ਜਦੋਂ ਕੈਪਟਨ ਸਾਹਿਬ ਨੇ ਕਿਹਾ ਕਿ ਡਿਵੈਲਪਮੈਂਟ ਰੁਕ ਜੂ ਮੈਂ ਕਿਹਾ ਹੋਰ ਕੋਈ ਡਿਵੈਲਪਮੈਂਟ ਦਾ ਇਹਨਾਂ ਨੂੰ ਫਿਕਰ ਨਹੀਂ ਇਹਨਾਂ ਦੀ ਪੋਲੀਟੀਕਲ ਡਿਵੈਲਪਮੈਂਟ ਜਿਹੜੀ ਉਹ ਰੁਕੀ ਹੋਈ ਹੈ ਇਹਨਾਂ ਨੂੰ ਆਪਣੀਆਂ ਕੁਰਸੀਆਂ ਤੇ ਸੱਤਾ ਨਾਲ ਪਿਆਰ ਆ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਮੁਜ਼ੱਫਰਨਗਰ ਮਹਾਪੰਚਾਇਤ ਤੋਂ ਬਾਅਦ ਸਰਕਾਰ ਦੇ ਉੱਤੇ ਵੀ ਵੱਡਾ ਅਸਰ ਹੋਇਆ ਕਿਉਂਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਆ ਰਹੀਆਂ ਨੇ ਮੋਰਚਾ ਚੜ੍ਹਦੀ ਕਲਾ 'ਚ ਤੇ ਲੋਕ ਦੁਬਾਰਾ ਫਿਰ ਉਸੇ ਰੌਂ 'ਚ ਆ ਗਏ ਨੇ ਖਾਸ ਤੌਰ ਤੇ ਨਵੰਬਰ ਮਹੀਨਾ ਨੇੜੇ ਆ ਰਿਹਾ ਤੇ ਨਵੰਬਰ ਯਾਦ ਕਰਾ ਰਿਹਾ ਸਭ ਨੂੰ ਕਿ ਦੁਬਾਰਾ ਆਪਣੀ ਹਿਸਟਰੀ ਨੂੰ ਰੀਵਿਜ਼ਿਟ ਕਰੋ ਵਕਤੀ ਇਤਿਹਾਸ ਨੂੰ ਜਿਹੜਾ 1 ਸਾਲ ਪਹਿਲਾਂ ਦਾ ਹੀ ਹੈ ਸਾਡੇ ਯਾਦ ਆ ਜਦੋਂ 26 ਤਰੀਕ ਨੂੰ ਇੱਥੇ ਆਏ ਸੀ ਤਾਂ ਜਦੋਂ ਅਥਰੂ ਗੈਸ ਦੇ ਗੋਲੇ ਚਲਾਏ ਜਾ ਰਹੇ ਸੀ ਮੈਂ ਕਵਰ ਕਰ ਰਿਹਾ ਸੀ ਤੇ ਸਾਹਮਣੇ ਮਨਜੀਤ ਰਾਏ ਸੀ ਅੱਜ ਵੀ ਮੇਰੇ ਨਾਲ ਮਨਜੀਤ ਰਾਏ ਨੇ ਉਸੇ ਥਾਂ ਦੇ ਉੱਤੇ ਅਸੀਂ ਬੈਠੇ ਹਾਂ ਤੇ ਗੱਲਬਾਤ ਅਸੀਂ ਸ਼ੁਰੂ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਮੋਰਚਾ ਅੱਗੇ ਵਧ ਰਿਹਾ ਔਰ ਅਗਲੀ ਰਣਨੀਤੀ ਕੀ ਹੈ ਮਨਜੀਤ ਜੀ ਸਵਾਗਤ ਹੈ ਤੁਹਾਡਾ ਔਰ ਯਾਦ ਹੋਊ ਤੁਹਾਡੇ ਤੁਸੀਂ ਇੱਧਰ ਨੂੰ ਜਾ ਰਹੇ ਸੀ ਉਦੋਂ 26 ਤਰੀਕ ਨੂੰ ਤੇ ਹੁਣ ਫਿਰ ਉਹ ਨਵੰਬਰ ਦੇ ਦਿਨ ਆ ਰਹੇ ਨੇਗੇ ਤੇ ਮੁਜ਼ੱਫਰਨਗਰ ਮਹਾਪੰਚਾਇਤ ਨੇ ਵੀ ਇੱਕ ਵੱਡਾ ਸੁਨੇਹਾ ਦਿੱਤਾ ਜੀ ਬਿਲਕੁਲ ਜਿਹੜਾ 26 ਨੂੰ ਸਾਨੂੰ 26 ਨਵੰਬਰ ਨੂੰ 1 ਸਾਲ ਹੋ ਜਾਣਾ ਹੈ ਜਦੋਂ ਸ਼ੰਭੂ ਬਾਰਡਰ ਤੋੜਿਆ ਹੈ ਕਿਉਂਕਿ 25 ਨੂੰ ਚੱਲੇ ਸੀ ਤੇ 26 ਨੂੰ 25 ਰਾਤ ਅਸੀਂ ਫਤਿਹਗੜ੍ਹ ਸਾਹਿਬ ਰੁਕ ਗਏ ਤੇ 26 ਨੂੰ ਜਦੋਂ ਅਸੀਂ ਸ਼ੰਭੂ ਪਹੁੰਚੇ ਆ ਤਾਂ ਉੱਥੋਂ ਫਿਰ ਬਾਰਡਰ ਤੋੜਨੇ ਸ਼ੁਰੂ ਹੋਏ ਤਾਂ ਤੋੜਦੇ ਆਏ ਪਾਣੀਪਤ ਰੁਕ ਗਏ 26 ਦੀ ਰਾਤ 27 ਨੂੰ ਫਿਰ ਇੱਥੇ ਆਪਾਂ ਪਹੁੰਚੇ ਜਿੱਥੇ ਅੱਜ ਆਪਾਂ ਬੈਠੇ ਆ ਸਿੰਘੂ ਬਾਰਡਰ ਤੇ ਸਾਰੇ ਬਾਰਡਰ ਤੋੜਦੇ ਆਏ ਬੜੀ ਚੜ੍ਹਦੀ ਕਲਾ ਸਨ ਸਾਰੇ ਹੀ ਨੌਜਵਾਨ ਚੜ੍ਹਦੀ ਕਲਾ ਸਨ ਸਰਕਾਰ ਨੇ ਬੜੇ ਬੈਰੀਕੇਡ ਲਾਏ ਤੋੜੇ ਤੇ ਕੁਛ ਅੰਦੋਲਨ ਲੰਬਾ ਚੱਲ ਗਿਆ ਲੰਬਾ ਚੱਲਣ ਕਰਕੇ ਥੋੜਾ ਬਹੁਤ ਠਹਿਰਾਓ ਆਇਆ ਪਰ ਹੁਣ ਜਿਹੜੀ ਮੁਜ਼ੱਫਰਨਗਰ ਦੀ ਮੁਜ਼ੱਫਰਨਗਰ ਦੀ ਜਿਹੜੀ ਰੈਲੀ ਹੋਈ ਹੈ ਯੂਪੀ ਦੇ ਵਿੱਚ ਉਹ ਰੈਲੀ ਦੇ ਵਿੱਚ ਵੱਡਾ ਇਕੱਠ ਜਿਹੜਾ ਲੱਖਾਂ ਦਾ ਹੋਇਆ ਔਰ ਮੈਂ ਸਮਝਦਾ 20-25 ਕਿਲੋਮੀਟਰ ਤੱਕ ਸੜਕਾਂ 30 ਕਿਲੋਮੀਟਰ ਤੱਕ ਭਰ ਗਈਆਂ ਜਾਮ ਲੱਗ ਗਏ ਇੱਕ ਇਤਿਹਾਸਕ ਇਕੱਠ ਹੋਇਆ ਹੈ ਉਹਦੇ ਨਾਲ ਲੋਕਾਂ ਦੇ ਵਿੱਚ ਫਿਰ ਜੋਸ਼ ਭਰਿਆ ਫਿਰ ਇੱਕ ਮੁੜ ਕੇ ਉਹੀ ਜਿਹੜੀ ਨੌਜਵਾਨਾਂ ਦੇ ਵਿੱਚ ਜੋਸ਼ ਆਇਆ ਸਾਰੇ ਕਿਸਾਨਾਂ ਜੋਸ਼ ਆਇਆ ਉਸ ਤੋਂ ਬਾਅਦ ਜੋ ਕਰਨਾਲ 'ਚ ਹੋਇਆ ਸੀ ਕਰਨਾਲ ਹਰਿਆਣੇ ਇਕੱਠ ਹੋਇਆ ਉਹ ਜਿਹੜਾ ਇਕੱਠ ਹੋਇਆ ਉਹ ਵੀ ਬਹੁਤ ਬੇਮਿਸਾਲ ਇਕੱਠ ਹੋਇਆ ਤਾਂ ਇਹ ਦੋਵਾਂ ਹੀ ਇਕੱਠਾਂ ਨੇ ਜਿਹੜਾ ਸਭ ਤੋਂ ਵੱਡਾ ਮੁਜ਼ੱਫਰਨਗਰ ਦਾ ਇਹਨਾਂ ਇਕੱਠਾਂ ਨੇ ਮੁੜ ਕੇ ਰੂਹ ਭਰੀ ਅੰਦੋਲਨ ਦੇ ਵਿੱਚ ਮੈਂ ਯਾਦਵਿੰਦਰ ਜੀ ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਹੁਣ ਸਰਕਾਰ ਵੀ ਜਿਹੜੀ ਹੈ ਉਹ ਵੀ ਸੋਚ ਗਈ ਹੈ ਕੜਿੱਕੀ 'ਚ ਫਸੀ ਹੋਈ ਹੈ ਵੀ ਕੀ ਕਰੀਏ ਤੇ ਉਹ ਮੈਂ ਸਮਝਦਾ ਸਰਕਾਰ ਨੂੰ ਹੁਣ ਮੰਨ ਲੈਣਾ ਚਾਹੀਦਾ ਕਿ ਨਹੀਂ ਤਾਂ ਫਿਰ ਯੂਪੀ ਦੇ ਹਾਲਾਤ ਉਹਨੂੰ ਦਿਸ ਪਏ ਨੇ ਯੂਪੀ ਦੇ ਵਿੱਚ 2-3 ਹੋਰ ਜਿਹੜੀਆਂ ਉੱਥੇ ਮਹਾਪੰਚਾਇਤਾਂ ਹੋਈਆਂ ਨੇ ਜਿਨ੍ਹਾਂ ਦਾ ਜ਼ਿਕਰ ਨਹੀਂ ਆਇਆ ਸੋ ਉਹ ਜਿਹੜੀਆਂ ਮਹਾਪੰਚਾਇਤਾਂ ਹੋਈਆਂ ਨੇ ਉਹ ਵੀ ਬੜੇ ਲੈਵਲ ਤੇ ਹੋਈਆਂ ਨੇ ਸੋ ਲੱਗਦਾ ਇਸ ਤਰ੍ਹਾਂ ਨਾ ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਰਸਤਾ ਜਾਂਦਾ ਹੈ ਮੈਂ ਯੂਪੀ ਦਾ ਜ਼ਿਕਰ ਅਸੀਂ ਤਦ ਬਾਰ-ਬਾਰ ਕਰਦੇ ਹਾਂ ਕਿ ਪੰਜਾਬ ਤੇ ਹਰਿਆਣੇ ਨੂੰ ਕੇਂਦਰ ਸਰਕਾਰ ਇਗਨੋਰ ਕਰ ਸਕਦੀ ਹੈ ਵੀ ਘੱਟ ਸੀਟਾਂ ਨੇ ਐਮਪੀ ਦੀਆਂ ਪਰ ਯੂਪੀ ਦੇ ਵਿੱਚ 80 ਸੀਟਾਂ ਨੇ ਤੇ ਯੂਪੀ ਜਿਹੜਾ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਰਸਤਾ ਜਾਂਦਾ ਉਹ ਇੱਕ ਤਰ੍ਹਾਂ ਦਾ ਯੂਪੀ ਹੋ ਕੇ ਮੰਨਿਆ ਜਾਂਦਾ ਕਿ ਯੂਪੀ ਹੋ ਕੇ ਜਾਂਦਾ ਹੈ ਸੋ ਜਦੋਂ ਯੂਪੀ 'ਚ ਵੱਡੀ ਸੱਟ ਵੱਜੇਗੀ ਹੁਣ ਇਹਨਾਂ ਨੂੰ ਦਿਸਣ ਲੱਗ ਪਿਆ ਕਿ ਯੂਪੀ 'ਚ ਵੜ ਗਏ ਕਿਸਾਨ ਆ ਕੇ ਆਗੂ ਉੱਥੇ ਵੜ ਗਏ ਤਾਂ ਇਹ ਹੁਣ ਸੱਟ ਮਾਰਨਗੇ ਹੁਣ ਸਰਕਾਰ ਮੈਨੂੰ ਜੋ ਲੱਗਦਾ ਹੈ ਜਾਪਦਾ ਹੈ ਕਿ ਸਰਕਾਰ ਕਿਤੇ ਨਾ ਕਿਤੇ ਹੁਣ ਗੱਲ ਜਿਹੜੀ ਆ ਉਹ ਤੋੜੇਗੀ ਜਾਂ ਆਏਗੀ ਟਿਕਾਣੇ ਤੇ ਆਉਣਾ ਚਾਹੀਦਾ ਫਿਰ ਬਾਅਦ ਨਹੀਂ ਆਏਗੀ ਤਾਂ ਫਿਰ ਮੈਂ ਕਹਾਂਗਾ ਕਿ ਇਸ ਤੋਂ ਵੱਡੀ ਵਿਸ਼ਾਰੂ ਸਰਕਾਰ ਦੇ ਸੋਰਸ ਵੀ ਦੱਸਦੇ ਨੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਸਰਕਾਰ ਕਾਫੀ ਡਿਫੈਂਸਿਵ ਆ ਵੱਡੇ ਵੱਡੇ ਅਫਸਰ ਬਹੁਤ ਸਾਰੀਆਂ ਗੱਲਾਂ ਕਹਿ ਰਹੇ ਨੇ ਕਿ
ਗੱਲ ਹੁਣ ਕਿਸੇ ਸਿਰੇ ਲੱਗ ਸਕਦੀ ਹੈ। ਕਿ ਇਸ ਤਰ੍ਹਾਂ ਦੀ ਕੋਈ ਆਫੀਸ਼ੀਅਲ ਉਹਨਾਂ ਦੀ ਆਈ ਹੈ ਜਾਂ ਕੋਈ ਚੱਲ ਰਹੀ ਹੈ ਚਰਚਾ ਇਸ ਤਰ੍ਹਾਂ ਦੀ? ਨਹੀਂ, ਅਸੀਂ ਮੈਂ ਕਹਾਂਗਾ ਹਜੇ ਗੱਲ ਕੋਈ ਨਹੀਂ ਆਈ, ਪਰ ਸਭ ਤੋਂ ਵੱਡਾ ਜਿਹੜਾ ਸਾਡੇ ਕਹਿੰਦੇ ਆ ਵੀ ਚੌਥਾ ਸਤੰਭ ਸਾਡਾ ਮੀਡੀਆ ਹੈ, ਤੇ ਕਈ ਮੀਡੀਆ ਕਰਮੀ ਭਰਾ ਵੀ ਉੱਥੇ ਸਰਕਾਰ ਦੇ ਵਿੱਚ ਜਾਂਦੇ ਨੇ, ਗੱਲ ਕਰਦੇ ਨੇ, ਤੇ ਉਹਨਾਂ ਵੱਲੋਂ ਕਈ ਵਾਰੀ ਗੱਲ ਆਉਂਦੀ ਵੀ ਸਰਕਾਰ ਦੇ ਅੰਦਰ ਗੱਲ ਕੋਈ ਨਾ ਕੋਈ ਚੱਲ ਰਹੀ ਹੈ। ਤੇ ਸੋ ਅਸੀਂ ਸਾਨੂੰ ਨਹੀਂ ਕੋਈ ਵੀ ਆਫੀਸ਼ੀਅਲੀ ਕੋਈ ਗੱਲ ਨਹੀਂ ਹੈਗੀ। ਇਹ ਗੱਲਾਂ ਜਦੋਂ ਪਤਾ ਲੱਗਦੀਆਂ ਤਾਂ ਫਿਰ ਲੱਗਦਾ ਹੈ ਕਿ ਸਰਕਾਰ ਦਬਾਅ 'ਚ ਹੁਣ ਆਏਗੀ। ਤੇ ਇਸ ਤਰ੍ਹਾਂ ਜਿੱਦਾਂ ਨੌਜਵਾਨ ਚੱਲੇ ਨੇ ਹੁਣ ਦੁਬਾਰਾ ਤੋਂ, ਫਿਰ ਜਿਵੇਂ ਹੁਣ ਸੰਤ ਸਮਾਜ ਉੱਥੋਂ 22, 23, 24 ਸੰਤ ਸਮਾਜ ਨੇ ਇੱਕ ਉਪਰਾਲਾ ਕੀਤਾ ਹੈ, ਉਹਨਾਂ ਨੇ ਵੱਡੇ ਕਾਫਲੇ ਲੈ ਕੇ ਆਉਣਾ ਹੈ। ਸੋ ਇਹ ਵੀ ਇੱਕ ਮੈਂ ਦੱਸਦਾ ਵੀ ਇਸ ਅੰਦੋਲਨ ਦੀ ਚੜ੍ਹਦੀ ਕਲਾ ਵਾਸਤੇ ਜਦੋਂ ਇੱਥੇ ਸੰਖਿਆ ਵਧਣੀ ਹੈ, ਜਦੋਂ ਪੂਰੇ ਪੰਜਾਬ ਦਾ ਸੰਤ ਸਮਾਜ ਵੀ ਇਕੱਠਾ ਹੋ ਕੇ ਕਹਿ ਰਿਹਾ ਕਿ ਅਸੀਂ ਤੁਹਾਡੇ ਨਾਲ ਹਾਂ। ਸਭ ਤੋਂ ਵੱਡੀ ਵਿਲੱਖਣਤਾ ਯਾਦਵਿੰਦਰ ਜੀ ਇਸ ਅੰਦੋਲਨ ਦੀ ਇਹ ਹੈ ਖੂਬਸੂਰਤੀ ਵੀ ਜਿਹੜੇ ਸਿਆਣੇ ਆਗੂ ਨੇ, ਖਾਸ ਕਰ ਜਿਹੜੀਆਂ ਪੰਥਕ ਜਥੇਬੰਦੀਆਂ ਦੇ ਜਿਹੜੇ ਸੰਤ ਸਮਾਜ, ਜਦੋਂ ਉਹ ਕਹਿ ਦਿੰਦੇ ਨੇ ਕਿ ਅਸੀਂ ਤੁਹਾਡੇ ਬੱਤੀਆਂ ਦੇ ਨਾਲ ਹਾਂ, ਤੁਹਾਡੇ ਸੰਯੁਕਤ ਮੋਰਚੇ ਨਾਲ, ਫਿਰ ਸਾਨੂੰ ਵੀ ਬਲ ਮਿਲਦਾ ਵੀ ਅਸੀਂ ਜੋ ਅੱਜ ਜੇਕਰ ਆਗੂਆਂ ਨੇ ਕੋਈ ਮੋਹਰੇ ਹੋ ਕੇ ਪ੍ਰੋਗਰਾਮ ਇਹ ਉਲੀਕਿਆ ਸੀ ਜਾਂ ਤੁਰੇ ਹੋਏ ਨੇ ਜਾਂ ਅੱਜ ਬੈਠੇ ਨੇ, ਤਾਂ ਫਿਰ ਅੱਜ ਸਾਥ ਵੀ ਮਿਲ ਰਿਹਾ, ਵੱਡਾ ਸਾਥ ਮਿਲ ਰਿਹਾ, ਔਰ ਮਹਾਂਪੁਰਸ਼ਾਂ ਦਾ ਵੱਡਾ ਸਾਥ ਮਿਲ ਰਿਹਾ ਹੁਣ। ਸੋ ਇਹ ਅੰਦੋਲਨ ਚੜ੍ਹਦੀ ਕਲਾ 'ਚ ਹੈ, ਜਿੱਤ ਵੱਲ ਜਾ ਰਹੇ ਹਾਂ। ਜੇ ਜਿੱਤਣ ਦੇ ਲਈ ਇਸ ਤਰ੍ਹਾਂ ਦੀ ਪਹਿਲ ਕਦਮੀ ਕਿਸੇ ਵੱਡੇ ਆਗੂ ਵੱਲੋਂ ਹੁੰਦੀ ਹੈ ਜਿਹੜੀਆਂ ਤੁਹਾਡੀਆਂ ਸ਼ਰਤਾਂ ਦੇ ਉੱਤੇ, ਤਾਂ ਜਥੇਬੰਦੀਆਂ ਮੰਨਣਗੀਆਂ ਇਹ ਗੱਲ ਨੂੰ? ਦੇਖੋ, ਬਿਲਕੁਲ, ਅਸੀਂ ਜੇ ਕੋਈ ਪੰਜਾਬ ਦੇ ਹਿੱਤ ਦੀ ਗੱਲ ਆਉਂਦੀ ਹੈ ਤੇ ਕੋਈ ਅੱਛਾ ਫੈਸਲਾ ਆਵੇ, ਕਿਉਂ ਨਹੀਂ ਮੰਨਾਂਗੇ ਆਪਾਂ। ਅਸਲ ਤੇ ਗੱਲ ਯਾਦਵਿੰਦਰ ਜੀ, ਪੰਜਾਬ ਦੀ ਲੜਾਈ ਲੜਨ ਆਏ ਹੈ ਤਾਂ ਪੂਰੇ ਭਾਰਤ ਦੀ ਕਿਸਾਨਾਂ ਦੀ ਲੜਾਈ, ਪਰ ਕਿਉਂਕਿ ਅਸੀਂ ਪੰਜਾਬ ਦੇ ਵਸਿੰਦੇ ਹਾਂ ਤੇ ਪੰਜਾਬ ਤੋਂ ਅੰਦੋਲਨ ਨੂੰ ਤੋਰਿਆ, ਇਸ ਕਰਕੇ ਪੰਜਾਬ ਦੀ ਗੱਲ ਵੱਧ ਕਰਦੇ ਹਾਂ ਆਪਾਂ। ਤੇ ਜੇ ਪੰਜਾਬ ਦੇ ਭਲੇ ਵਾਸਤੇ ਕੋਈ ਫੈਸਲਾ ਲੈ ਕੇ ਆਵੇ, ਕੋਈ ਲੈ ਕੇ ਆ ਜਾਵੇ, ਅਸੀਂ ਉਹਨੂੰ ਜਿਉਂ ਆ ਕਵਾਂਗੇ ਕਿ ਅਸੀਂ ਤੇ ਪੰਜਾਬ ਦੇ ਹਿੱਤ ਦੀ ਗੱਲ ਚਾਹੁੰਦੇ ਹਾਂ। ਪੰਜਾਬ ਦੀ ਕਿਸਾਨੀ ਬਚ ਜੇ, ਪੰਜਾਬ ਦਾ ਜਿਹੜਾ ਫਾਈਨੈਂਸ਼ੀਅਲ ਇਸ ਅੰਦੋਲਨ 'ਚ ਮੈਂ ਕਹਾਂਗਾ ਵੱਡੀ ਸੱਟ ਵੱਜੀ ਹੈ। ਬੇਸ਼ੱਕ ਆਪਣੀ ਇੱਛਾ ਮੁਤਾਬਕ ਸਾਡੇ NRI ਵੀਰਾਂ ਨੇ ਵੱਡੀ ਸਪੋਰਟ ਕੀਤੀ ਹੈ, ਬੜੇ ਬੜੇ ਲੰਗਰ ਲਾਏ ਨੇ, ਇੱਥੇ ਆ ਕੇ ਸ਼ੁਰੂ ਤੋਂ ਚੱਲ ਰਹੇ ਨੇ। ਮੈਂ ਕਹਾਂਗਾ ਪਹਿਲੇ ਦਿਨ ਤੋਂ ਕਰੋੜਾਂ ਰੁਪਈਆ ਜਿਹੜਾ ਸਾਡਾ NRI ਵੀਰਾਂ ਨੇ ਇੱਥੇ ਭੇਜਿਆ, ਔਰ ਉਹ ਰਸਤਾਂ ਬਸਤਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ। ਹੁਣ ਜੇ ਲੱਗਦਾ ਸੀ ਵੀ ਲਾਸਟ ਅੰਦੋਲਨ ਲੰਬਾ ਚੱਲ ਗਿਆ ਯਾਰ, ਕਿਤੇ ਲੰਗਰਾਂ ਦੇ ਵਿੱਚ ਨਾ ਕਿਤੇ ਵੱਸ ਹੋ ਜੇ, ਪਰ ਮੈਂ ਸਮਝਦਾ ਪਿਆ ਲੰਗਰ ਹੁਣ ਸਗੋਂ ਵਧਣ ਲੱਗ ਪਏ। ਆ ਤੁਸੀਂ ਆਪਾਂ ਖੜੇ ਸੀ, ਹੁਣ ਇੱਕ ਜਲੇਬੀਆਂ ਦਾ ਲੰਗਰ ਹੋਰ ਲੱਗ ਗਿਆ, ਨੇ ਕਹਾ ਸਹੀ ਗੱਲ, ਉਹ ਨਵਾਂ ਹੁਣ ਮੈਂ ਕਹਾਂਗਾ ਆ ਕੇ ਲੰਗਰ ਜਿਹੜਾ ਲੱਗ ਗਿਆ ਸੀ। ਇਹ ਬੜੀ ਇਹਦੇ ਨਾਲ ਕਹਿ ਦਿਓ ਕਿ ਇੱਕ ਜੋਸ਼ ਮਿਲਦਾ ਹੈ, ਇੱਕ ਉਦਮ ਮਿਲਦਾ ਹੈ, ਇੱਕ ਕਹਿ ਦਿਓ ਕਿ ਆਗੂਆਂ ਨੂੰ ਗਲੂਕੋਸ ਦਾ ਕੰਮ ਕਰਦਾ ਹੈ ਕਿ ਹਜੇ ਸਾਡੇ ਲੋਕ ਕੋਈ ਨਿਰਾਸ਼ ਨਹੀਂ, ਹਾਰੇ ਨਹੀਂ, ਹਜੇ ਤਕੜੇ ਹੋ ਕੇ ਤਿਆਰ ਨੇ ਵੀ ਜੇ ਲੰਗਰ ਘਟਣ ਨਹੀਂ ਦੇਵਾਂਗੇ ਹੋਰ ਵਧਾ ਦਾਂਗੇ। ਸੋ ਇਹ ਮੈਂ ਕਹੂੰਗਾ ਇਹ ਅੰਦੋਲਨ ਦੀ ਚੜ੍ਹਦੀ ਕਲਾ ਹੈ। ਇੱਕ ਗੱਲ ਇਹ ਬਾਰ-ਬਾਰ ਕਹੀ ਜਾਂਦੇ ਕਿ ਇੱਕ ਤਰ੍ਹਾਂ ਤੁਹਾਨੂੰ ਅਲਟਰਨੇਟਿਵ ਸਰਕਾਰ ਦੇ ਤੌਰ ਤੇ ਦੇਖਿਆ ਜਾ ਰਿਹਾ ਪੰਜਾਬ 'ਚ, ਬਦਲਵੀਂ ਸਰਕਾਰ ਤੁਸੀਂ ਹੋ। ਕੋਈ ਗੱਲ ਹੁੰਦੀ ਅਗਲਾ ਕਹਿੰਦਾ ਕਿਸਾਨ ਮੋਰਚੇ ਵਾਲਿਆਂ ਕੋਲ ਚੱਲੋ, ਕੋਈ ਲੋਕਲ ਮਸਲਾ ਹੁਣ ਤਾਂ ਉਹ ਵੀ ਆਉਣ ਲੱਗੇ। ਚੋਣਾਂ ਆ ਰਹੀਆਂ 2022 ਦੀਆਂ, ਕੀ ਤਿਆਰੀ ਹੈ? ਦੇਖੋ, ਮੈਂ ਯਾਦਵਿੰਦਰ ਜੀ ਬਹੁਤ ਵਾਰ ਕਿਹਾ ਹੈ ਕਿ ਸਮਾਂ ਬਲਵਾਨ ਹੈ, ਸਮਾਂ ਤੈਅ ਕਰਿਆ ਕਰਦਾ ਹੈ। ਸੋ ਅਸੀਂ ਤਾਂ ਲੈ ਕੇ ਆਏ 3 ਖੇਤੀ ਕਾਨੂੰਨਾਂ ਦੀ ਲੜਾਈ, ਸਾਡੀ ਸਿਧਾਂਤਾਂ ਦੀ ਲੜਾਈ ਹੈ। ਆਪਣੇ ਸਿਧਾਂਤਾਂ ਤੋਂ ਹਟ ਕੇ ਅੰਦੋਲਨ ਦੀ ਕੀਮਤ ਤੇ ਜੇ ਅਸੀਂ ਕਹੀਏ ਅਸੀਂ ਸੱਤਾ ਹਾਸਲ ਕਰਨੀ ਹੈ, ਫਿਰ ਉਹ ਰੋਂਗ ਹੋਏਗਾ, ਗਲਤ ਹੋਏਗਾ। ਸੋ ਪਹਿਲਾਂ ਅੰਦੋਲਨ, ਆਪਾਂ ਨੂੰ ਅੰਦੋਲਨ ਜਿੱਤਣਾ, ਉਹਦੇ ਬਾਅਦ ਪੰਜਾਬ ਦੇ ਬਾਰੇ ਜੋ ਫੈਸਲਾ ਲੈਣਗੇ ਲੋਕ। ਮੈਂ ਬਹੁਤ ਵਾਰ ਕਿਹਾ ਕਿ ਮੈਂ ਨਹੀਂ ਇਲੈਕਸ਼ਨ ਲੜਾਂਗਾ, ਪਰ ਜੋ ਪੰਜਾਬ ਦੇ ਲੋਕ ਕਹਿਣਗੇ ਅਸੀਂ ਉਹਨਾਂ ਦੇ ਹਾਮੀ ਬਣਾਂਗੇ, ਬਿਲਕੁਲ ਹਾਮੀ ਬਣਾਂਗੇ। ਇਸ ਕਰਕੇ ਕਿ ਇਹ ਪੰਜਾਬ ਦੇ ਵਿੱਚ ਵੀ ਬਦਲਾਅ ਦੀ ਜ਼ਰੂਰਤ ਹੈ, ਇਹ 'ਚ ਕੋਈ ਦੋ ਰਾਏ ਨਹੀਂ। ਹੁਣ ਤੱਕ ਪੰਜਾਬ ਨੇ 70 ਸਾਲ ਹੋ ਗਏ, ਪੰਜਾਬ ਦੇ ਸਿਰ 3 ਲੱਖ ਕਰੋੜ ਦਾ ਹੁਣ ਕਰਜ਼ਾ ਖੜਾ ਹੈ। ਅੱਜ ਵੀ ਜਿਹੜੇ ਪੋਲੀਟੀਕਲ ਪਾਰਟੀਆਂ ਸਾਡੀ ਉਹਨਾਂ ਨਾਲ ਕੋਈ ਦੁਸ਼ਮਣੀ ਨਹੀਂ, ਅੱਜ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ ਅੱਜ ਵੀ ਇਹ ਗੱਲ ਨਹੀਂ ਕਰਦੀਆਂ ਕਿ ਆਪਾਂ 3 ਲੱਖ ਕਰੋੜ ਦਾ ਕਰਜ਼ਾ ਕਿਵੇਂ ਉਤਾਰਨਾ ਹੈ, ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਕਿਵੇਂ ਦੇਣਾ ਹੈ, ਆਪਾਂ ਇਹਦੀ ਡਿਵੈਲਪਮੈਂਟ ਪੰਜਾਬ ਦੀ ਕਿੱਧਰ ਨੂੰ ਕਿਵੇਂ ਵਧਾਉਣੀ ਹੈ, ਕਿੱਥੋਂ ਰੈਵਨਿਊ ਇਕੱਠਾ ਹੋਏਗਾ, ਕਿੱਥੋਂ ਫਾਈਨੈਂਸ਼ੀਅਲ ਸਪੋਰਟ ਆਏਗੀ, ਕਿੱਥੋਂ ਇਕੱਠਾ ਕਰਾਂਗੇ ਆਪਾਂ। ਸੋ ਇਹ ਸਾਰੀਆਂ ਗੱਲਾਂ ਨੂੰ ਕੋਈ ਰਾਜਨੀਤਿਕ ਪਾਰਟੀ ਨਹੀਂ ਲੈ ਕੇ ਆ ਰਹੀ ਸਾਹਮਣੇ। ਅਸੀਂ ਆਹ ਫਰੀ ਦੇ ਦਿਆਂਗੇ, ਅਸੀਂ ਆਹ ਕੁਛ ਕਰ ਦਿਆਂਗੇ। ਉਹ ਭਾਈ ਕਰਨਾ ਕਿੱਥੋਂ ਹੈ? 21,000 ਕਰੋੜ ਰੁਪਈਆ ਸਾਲਾਨਾ ਸਾਡਾ ਇੰਟਰਸਟ ਜਾ ਰਿਹਾ ਕੇਂਦਰ ਨੂੰ, ਉਹਨੂੰ ਕਿਵੇਂ ਬਚਾਉਣਾ? ਉਹ ਪੰਜਾਬ ਦੀ ਡਿਵੈਲਪਮੈਂਟ ਜਾ ਰਹੀ ਹੈ ਹਰ ਸਾਲ 21,000 ਕਰੋੜ ਦੀ। ਸੋ ਮੈਂ ਸਮਝਦਾ ਕਿ ਇਹ ਜ਼ਰੂਰ ਅਸੀਂ ਵੀ, ਸਾਡੇ ਮਨ 'ਚ ਵੀ ਦਰਦ ਹੈ ਕਿ ਪੰਜਾਬ ਨੂੰ ਅੱਜ ਬਚਾਉਣ ਦੀ ਲੋੜ ਹੈ, ਖੜਨ ਦੀ ਲੋੜ ਹੈ। ਪਰ ਮੈਂ ਬੇਨਤੀ ਕਰਾਂਗਾ, ਪਹਿਲਾ ਅੰਦੋਲਨ ਹੈ। ਜਿਹੜੇ ਲੋਕ ਆਪਣੇ ਸਿਧਾਂਤ ਛੱਡ ਜਾਂਦੇ ਨੇ ਉਹ ਕਦੇ ਫਿਰ ਕਿਸੇ ਦੇ ਨਹੀਂ ਹੋ ਸਕਦੇ। ਸੋ ਸਿਧਾਂਤ ਦੀ ਲੜਾਈ ਹੈ, ਪਹਿਲਾਂ ਅੰਦੋਲਨ ਦੀ ਜਿੱਤ ਜ਼ਰੂਰੀ ਆ। ਸੱਤਾ ਦਾ ਬਦਲਾਅ ਇਸ ਵਾਰ ਨਹੀਂ ਹੋਏਗਾ, ਅਗਲੀ ਵਾਰ ਹੋ ਜਾਏਗਾ, ਉਹਦੇ ਵਿੱਚ ਸਾਨੂੰ ਕੋਈ ਕਾਲ ਨਹੀਂ। ਅੰਦੋਲਨ ਜੇ ਜਿੱਤ ਜਾਂਦਾ ਪਾਰਟੀ ਬਣੇਗੀ?
ਦੇਖੋ ਪਾਰਟੀ ਜਿਹੜੀ ਆ ਉਹ ਮੈਂ ਤਾਂ ਨਹੀਂ, ਮੈਂ ਪਹਿਲਾਂ ਹੀ ਕਹਿਤਾ ਕਿ ਮੈਂ ਬਿਲਕੁਲ ਤੁਸੀਂ ਪੱਕਾ ਲੜਨੀ ਨਹੀਂ ਤੁਸੀਂ ਮੈਂ ਪੱਕਾ ਨਹੀਂ, ਕਦੇ ਨਹੀਂ ਇਲੈਕਸ਼ਨ ਜ਼ਿੰਦਗੀ 'ਚ ਲੜਾਂਗਾ। ਦੇਖ ਲਓ ਜੇ ਲੜੇ ਅਸੀਂ ਆ ਸਟੇਟਮੈਂਟ ਕੱਢ ਕੇ ਚਲਾਵਾਂਗੇ ਤੁਹਾਡੀ। ਤੁਸੀਂ ਮੈਨੂੰ ਫੜ ਲੈਣਾ ਜੇ ਮੈਂ ਇਲੈਕਸ਼ਨ ਲੜਾਂਗਾ। ਤੁਸੀਂ ਬਿਲਕੁਲ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਨੂੰ ਇਹ ਗਵਾਹ ਮੰਨ ਕੇ ਕਹਿਣਾ ਹੈ ਕਿ ਤੁਸੀਂ ਜਦੋਂ ਮਰਜ਼ੀ ਫੜ ਕੇ ਲੈ ਆਇਓ ਵੀ ਮਨਜੀਤ ਸਿੰਘ ਤੂੰ ਕਹਿੰਦਾ ਸੀ, ਬਿਲਕੁਲ ਨਹੀਂ ਇਲੈਕਸ਼ਨ ਲੜਾਂਗੇ। ਇਹ ਜ਼ਰੂਰ ਗੱਲ ਹੈ ਕਿ ਪੰਜਾਬ ਦੇ ਬਦਲਾਅ ਵਾਸਤੇ ਜੋ ਆਵਾਮ ਕਹੇਗੀ, ਸਾਡੇ ਪੰਜਾਬ ਦੀ ਜੋ ਲੋਕ ਕਹਿਣਗੇ, ਉਹ ਕਰਨੇ ਨੂੰ ਆਪਾਂ ਤਿਆਰ ਹਾਂ। ਤਾਂ ਕੀ ਲੱਗਦਾ ਗਾ ਆਉਣ ਵਾਲੇ ਦਿਨਾਂ 'ਚ ਹੋਰ ਕਾਫਲੇ, ਜਿਵੇਂ ਇੱਕ ਤਾਂ ਸੰਤ ਸਮਾਜ ਦਾ, ਹੋਰ ਵੀ ਤੁਹਾਡੇ ਕੋਲ ਸੂਚਨਾ ਹੋਏਗੀ ਕੌਣ ਕੌਣ ਆ ਰਿਹਾ ਮੋਰਚੇ 'ਚ? ਦੇਖੋ ਇਹ ਹਾਲ ਦੀ ਘੜੀ, ਕਿਉਂਕਿ ਇੱਕ ਦੋ ਦਿਨ ਪਹਿਲਾਂ ਨੌਜਵਾਨ ਵੀ ਆਏ ਨੇ, ਆਪਣਾ ਲੱਖਾ ਵੀਰ ਵੀ ਆਇਆ, ਉਹ ਵੀ ਲੈ ਕੇ ਆਇਆ ਨੌਜਵਾਨਾਂ ਨੂੰ। ਇੱਦਾਂ ਹੁਣ ਸੰਤ ਸਮਾਜ ਵੱਡੇ ਕਾਫਲੇ ਲੈ ਕੇ ਆ ਰਿਹਾ। ਇਹ ਜਦੋਂ ਆਪਾਂ ਤੁਰ ਪਵਾਂਗੇ, ਹੁਣ ਆਗੂਆਂ ਨੇ ਵੀ ਕਿਹਾ, ਮੀਟਿੰਗ ਹੋਈ ਸੀ ਕਿ ਆਪਾਂ ਵੀ ਕਾਫਲੇ ਫਿਰ ਬਾਅਦ 'ਚ ਤੋਰੀਏ ਤਾਂ ਕਿ ਇੱਥੇ ਦੀ ਰੌਣਕ ਵਧੇ, ਸੰਖਿਆ ਵਧੇ। ਜਿਹੜੀ ਕਿਤੇ ਨਾ ਕਿਤੇ ਲੱਗਦਾ ਕਿ ਅੰਦੋਲਨ 'ਚ ਗੋਦੀ ਮੀਡੀਆ ਖਾਸ ਕਰ ਜਿਹੜਾ ਇਹ ਬਿਆਨ ਕਰਦਾ ਬਾਰ-ਬਾਰ ਵੀ ਅੰਦੋਲਨ ਹੈ ਕਿੱਥੇ। ਵੈਸੇ ਤਾਂ ਉਹਨਾਂ ਦੀ ਧੌਣ ਭੰਨ ਦਿੱਤੀ ਹੈ ਮੁਜ਼ੱਫਰਨਗਰ ਦੀ ਰੈਲੀ ਨੇ ਵੀ ਆਹ ਅੰਦੋਲਨ ਹੀ ਹੈ ਭਾਈ, ਵੇਖ ਲਓ ਆਹ ਕਰਨਾਲ ਵਾਲੇ ਇਕੱਠ ਨੇ, ਆਹ ਅੰਦੋਲਨ ਹੀ ਹੈ ਭਾਈ, ਵੇਖ ਲਓ। ਪਰ ਇੱਥੇ ਵੀ ਮੋਰਚਿਆਂ ਤੇ ਵੀ ਜੇ ਸੰਖਿਆ ਆਪਾਂ ਕਾਫਲੇ ਲੈ ਕੇ ਆਵਾਂਗੇ, ਫਿਰ ਉਹ ਗੋਦੀ ਮੀਡੀਆ, ਉਹ ਅੰਧ ਭਗਤ, ਉਹਨਾਂ ਦੀ ਬੋਲਤੀ ਬੰਦ ਹੋ ਜਾਊਗੀ ਕਿ ਅੰਦੋਲਨ ਜਿਉਂਦਾ ਤਿਉਂ ਉਵੇਂ ਹੀ ਚੜ੍ਹਦੀ ਕਲਾ 'ਚ ਹੈ, ਉਵੇਂ ਹੀ ਭਰਪੂਰ ਜੋਸ਼ ਦੇ ਨਾਲ ਖੜਾ ਹੈ। ਕਮਲ ਜੀ, ਜਿਵੇਂ ਜ਼ਿਕਰ ਕੀਤਾ ਇਹਨਾਂ ਨੇ ਕਿ ਦੁਬਾਰਾ ਫਿਰ ਲੰਗਰ, ਕਿਉਂਕਿ ਪਹਿਲਾਂ ਹੀ ਬਹੁਤ ਚੱਲਦੇ ਹੁੰਦੇ ਸੀ, ਵਿੱਚ ਦੀ ਟਾਈਮ ਆਉਂਦਾ, ਹੁਣ ਫਿਰ ਲੰਗਰ ਸ਼ੁਰੂ ਹੋਏ ਨੇ। ਕੀ ਸੋਚ ਕੇ ਤੁਸੀਂ ਇਹ ਲੰਗਰ ਦੀ ਸ਼ੁਰੂਆਤ ਕੀਤੀ? ਬਿਲਕੁਲ ਜੀ, ਜਿੱਦਾਂ ਬਾਈ ਜੀ ਨੇ ਕਿਹਾ ਕਿ ਲੰਗਰ ਤਾਂ ਸ਼ੁਰੂ ਤੋਂ ਹੀ NRIs ਨੇ ਲਾਏ ਹੋਏ ਸੀ। ਅਸੀਂ ਵੀ ਆਪਣੇ ਵੱਲੋਂ ਇੱਕ ਛੋਟੀ ਜੀ ਪਹਿਲ ਕੀਤੀ ਆ, ਕਿਉਂਕਿ ਜਹਾਜ਼ਾਂ ਦੀ ਆਵਾਜਾਈ ਬੰਦ ਹੋਣ ਕਰਕੇ ਬਹੁਤ ਸਾਰੇ NRI ਨਹੀਂ ਪਹੁੰਚ ਸਕੇ। ਹੁਣ ਜਿਵੇਂ ਜਿਵੇਂ ਫਲਾਈਟਾਂ ਨਾਰਮਲ ਹੋ ਰਹੀਆਂ ਨੇ, ਜਿਵੇਂ ਅਸੀਂ ਕੀਤਾ, ਹੋਰ ਵੀ ਬਹੁਤ ਸਾਰੇ ਸਾਡੇ ਭਰਾ ਇੱਛੁਕ ਨੇ, ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਲੰਗਰਾਂ ਦੀ ਸੰਖਿਆ ਜਿਹੜੀ ਆ ਇਹ ਵੱਡੀ ਗਿਣਤੀ ਵਿੱਚ NRIਆਂ ਵੱਲੋਂ ਵਧਾਈ ਜਾਊਗੀ। ਕੀ ਲੱਗਦਾਗਾ ਹੁਣ ਉੱਥੇ ਕਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ, ਵਿਦੇਸ਼ ਦੀ ਧਰਤੀ ਤੇ ਅੰਦੋਲਨ ਨਾਲ ਕਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ? ਤੁਸੀਂ ਹਿਊਮਨ ਰਾਈਟਸ ਚੇਅਰ ਦੀ ਵੀ ਗੱਲ ਕਰ ਰਹੇ ਸੀ। ਦੇਖੋ ਯਾਦਵਿੰਦਰ ਜੀ, ਜਿੱਥੋਂ ਤੱਕ NRIs ਦੀ ਗੱਲ ਆਉਂਦੀ ਆ, ਜਦੋਂ ਗੱਲ ਪੰਜਾਬ ਦੀ ਆਉਂਦੀ ਆ ਤਾਂ ਸਾਡੇ ਦਿਲ ਤੜਫਦੇ ਨੇ, ਸਾਡੇ ਦਿਲ ਰੁੰਗੇ ਜਾਂਦੇ ਨੇ ਕਿ ਕਿਉਂ ਸਾਡੇ ਪੰਜਾਬ 'ਚ, ਸਾਡੇ ਪੰਜਾਬ ਦੇ ਕਿਸਾਨਾਂ ਨਾਲ ਇਦਾਂ ਦੇ ਧੱਕੇ ਹੋ ਰਹੇ ਨੇ। ਦੇਖੋ ਇਹ ਜਿਹੜੀ ਕੇਂਦਰ ਦੀ ਸਰਕਾਰ ਆ, ਨਾਲ ਇਹਨਾਂ ਦੇ ਗੋਦੀ ਮੀਡੀਆ ਰਲਿਆ ਹੋਇਆ, ਇਹ ਇੱਥੋਂ ਦੀ ਗੱਲ ਤਾਂ ਬਾਹਰ ਅਸਲੀ ਗੱਲ ਤਾਂ ਪਹੁੰਚਦੀ ਨਹੀਂ। ਇਹ ਤਾਂ ਤੁਹਾਡੇ ਵਰਗੇ ਵੀਰ ਨੇ ਯਾਦਵਿੰਦਰ ਜੀ, ਜਿਹੜੇ ਕਿਸਾਨਾਂ ਦੇ ਅੰਦੋਲਨ ਨੂੰ ਡੇ 1 ਤੋਂ ਤੁਸੀਂ ਕਵਰ ਕਰ ਰਹੇ ਹੋ, ਤਾਂ ਕਰਕੇ ਅਸੀਂ NRI ਲੋਕ ਉੱਥੇ ਬੈਠੇ ਸਾਰੀ ਚੀਜ਼ ਦੇਖ ਰਹੇ ਹਾਂ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ, ਸਾਰੇ NRI, ਕਿ ਕਿਸਾਨ ਜਥੇਬੰਦੀਆਂ ਦਾ ਬਹੁਤ ਵੱਡਾ ਸੰਘਰਸ਼ ਆ। ਜਿੱਦਾਂ ਅਸੀਂ ਮੀਡੀਆ ਤੇ ਵੀ ਇਹ ਗੱਲ ਸੁਣੀ ਆ ਕਿ ਜਦੋਂ ਇਹ ਕਾਨੂੰਨ ਬਣੇ ਸੀ, ਜਿਨ੍ਹਾਂ ਲਈ ਬਣੇ ਸੀ ਉਹਨਾਂ ਤੋਂ ਤਾਂ ਪੁੱਛ ਕੇ ਸਲਾਹ ਵੀ ਨਹੀਂ ਲਈ ਗਈ। ਕਿਸੇ ਕਿਸਾਨ ਜਥੇਬੰਦੀ ਨੂੰ ਨਹੀਂ ਬੁਲਾਇਆ ਗਿਆ, ਕਿਸੇ ਕਿਸਾਨ ਆਗੂ ਨੂੰ ਨਹੀਂ ਬੁਲਾਇਆ ਗਿਆ। ਸੋ ਜੇ ਤੁਸੀਂ ਜਿਹੜੇ ਬੰਦਿਆਂ ਲਈ ਕਾਨੂੰਨ ਬਣਾ ਰਹੇ ਹੋ, ਜੇ ਤੁਸੀਂ ਉਹਨਾਂ ਨਾਲ ਕੋਈ ਸਲਾਹ ਮਸ਼ਵਰਾ ਹੀ ਨਹੀਂ ਕੀਤਾ, ਫਿਰ ਤੁਸੀਂ ਧੱਕੇ ਨਾਲ ਉਹਨਾਂ ਤੇ ਕਾਨੂੰਨ ਕਿਵੇਂ ਥੋਪ ਸਕਦੇ ਹੋ ਕਿ ਇਹ ਕਾਨੂੰਨ ਤੁਹਾਡੇ ਭਵਿੱਖ ਲਈ ਵਧੀਆ ਨੇ? ਇਹ ਤਾਂ ਸਾਡੇ ਰਾਏ ਸਾਹਿਬ ਬੈਠੇ ਨੇ, ਕਿਸਾਨ ਆਗੂ ਨੇ ਜਿਹੜੇ, ਇਹੀ ਦੱਸਣਗੇ ਕਿ ਕਿਉਂਕਿ ਇਹਨਾਂ ਨੇ ਸਾਰੀ ਉਮਰ ਸਾਰੇ ਪੰਜਾਬ, ਦੇਖੋ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ, ਕਿਸਾਨੀ ਹੀ ਸਾਡਾ ਮੁੱਖ ਕਿੱਤਾ। ਜੇ ਇਹੀ ਸਾਡੀ ਕਿਸਾਨੀ ਅਸੀਂ ਅਬਾਨੀ ਅਡਾਨੀ ਵਰਗਿਆਂ ਨੂੰ ਦੇ ਦਿੱਤੀ ਤਾਂ ਫਿਰ ਪੰਜਾਬ ਜਾਊ ਕਿੱਥੇ? ਪੰਜਾਬ ਤਾਂ ਪਹਿਲਾਂ ਹੀ, ਜਿੱਦਾਂ ਬਾਈ ਜੀ ਨੇ ਦੱਸਿਆ, ਐਡੇ ਵੱਡੇ ਕਰਜ਼ੇ ਦੀ ਮਾਰ ਹੇਠ ਆ। 21,000 ਕਰੋੜ ਰੁਪਈਆ ਇਹਨਾਂ ਨੇ ਦੱਸਿਆ ਵੀ ਅਸੀਂ ਸੈਂਟਰ ਨੂੰ ਵਿਆਜ ਹੀ ਦੇ ਰਹੇ ਹਾਂ। ਤਾਂ ਜੇ ਸਾਡੀ ਕਿਸਾਨੀ ਵੀ ਚਲੀ ਗਈ ਤਾਂ ਸਾਡੇ ਪੱਲੇ ਕੁਝ ਨਹੀਂ ਰਹਿਣਾ। ਸੋ ਇਹੀ ਅਪੀਲ ਕਰਦੇ ਹਾਂ ਕਿ ਜਿੰਨਾ ਵੱਧ ਤੋਂ ਵੱਧ ਜ਼ੋਰ ਇਸ ਅੰਦੋਲਨ ਦੇ ਵਿੱਚ, ਕੋਈ ਵੀ, ਚਾਹੇ ਉਹ ਵਿਦੇਸ਼ 'ਚ ਬੈਠਾ, ਇੱਥੇ ਬੈਠਾ, ਪੰਜਾਬ 'ਚ ਬੈਠਾ, ਹਿੰਦੁਸਤਾਨ ਦੇ ਕਿਸੇ ਹੋਰ ਕੋਨੇ 'ਚ ਬੈਠਾ, ਜਿੰਨਾ ਵੀ ਜ਼ੋਰ ਇਸ ਅੰਦੋਲਨ ਲਈ ਅਸੀਂ ਲਾ ਸਕਦੇ ਹਾਂ, ਹੁਣ ਸਮਾਂ, ਹੁਣ ਲਾਓ, ਵੱਧ ਤੋਂ ਵੱਧ ਸੰਖਿਆ ਵਧਾਓ, ਕਾਫਲੇ ਲੈ ਕੇ ਅੰਦੋਲਨ ਦੇ ਵਿੱਚ ਪਹੁੰਚੋ। ਰਾਜ ਸਾਹਿਬ, ਇੱਕ ਇਹ ਕਾਫੀ ਚਰਚਾ ਚੱਲ ਰਹੀ, ਜਿਹੜਾ ਉਦੋਂ ਐਲਾਨ ਕੀਤਾ ਤੁਸੀਂ ਕਿ ਪੋਲੀਟੀਕਲ ਪਾਰਟੀਆਂ ਦੇ ਬਾਰੇ ਇੱਕ ਜਾਬਤਾ ਤੁਸੀਂ ਜਾਰੀ ਕਰਤਾ, ਕਿਸਾਨ ਜਾਬਤਾ। ਦੂਜੇ ਪਾਸੇ ਗੁਰਾਹਾਂ ਹੋਰੀ ਕਹਿੰਦੇ ਮੈਂ 32 ਜਥੇਬੰਦੀਆਂ ਨਾਲ ਸਹਿਮਤ ਨਹੀਂ ਹਾਂ। ਦੇਖੋ ਸਾਡੇ ਵੱਡੇ ਵੀਰ ਨੇ ਜੋਗਿੰਦਰ ਸਿੰਘ ਉਗਰਾਹਾਂ, ਬੜੇ ਸਿਆਣੇ ਨੇ, ਉਹਨਾਂ ਤੋਂ ਕਈ ਕੁਝ ਸਿੱਖਣ ਨੂੰ ਮਿਲਦਾ ਹੈ। ਪਰ ਇਹ ਜ਼ਰੂਰ ਹੋਇਆ ਕਿ ਉਸ ਦਿਨ ਮੈਂ ਸਮਝਦਾ ਸਾਡੇ ਕੋਲੋਂ ਵੀ ਇੱਕ ਕੁਤਾਹੀ ਹੋਈ ਹੈ ਵੀ ਜਦੋਂ ਉਹ ਫੈਸਲਾ ਕੀਤਾ, ਪੋਲੀਟੀਕਲ ਪਾਰਟੀਆਂ ਨਾਲ ਬੈਠੇ, ਆਪਾਂ ਉਹਨਾਂ ਨੂੰ ਸੱਦਾ ਨਹੀਂ ਦੇ ਸਕੇ। ਉਹਨਾਂ ਨੂੰ ਵਿੱਚ ਬਿਠਾਉਂਦੇ ਸ਼ਾਇਦ ਸਾਡੀ ਰਾਏ ਇੱਕ ਹੁੰਦੀ। ਸੋ ਉਹਨਾਂ ਨੇ ਆਪਣੀ ਕਿਸ ਭਾਵਨਾ ਨਾਲ ਕਿਹਾ ਉਹ ਤਾਂ ਉਹੀ ਦੱਸ ਸਕਦੇ ਨੇ, ਪਰ ਅਸੀਂ ਉਹਨਾਂ ਨੂੰ ਕਵਾਂਗੇ ਵੀ ਆਪਾਂ ਜਿਹੜਾ ਪੰਜਾਬ ਦਾ ਕੋਈ ਫੈਸਲਾ ਲਿਆ ਹੈਗਾ, ਤੁਸੀਂ ਸਾਡਾ ਸਾਥ ਦਿਓ। ਪੰਜਾਬ ਦੇ ਵਿੱਚ ਇਹ ਫੈਸਲਾ ਜਿਹੜਾ ਲਿਆ, ਇਸ ਕਰਕੇ ਲਿਆ ਕਿ ਜਦੋਂ ਕਿਸਾਨ ਉੱਥੇ ਜਾਂਦੇ ਨੇ ਤਾਂ ਉੱਥੇ ਆਪਸੀ ਟਕਰਾਓ ਪੈਦਾ ਹੁੰਦਾ ਤੇ ਆਪਾਂ ਪੰਜਾਬ ਦੀ ਸ਼ਾਂਤੀ ਬਾਹਰ ਰੱਖਣੀ ਆ। ਪੰਜਾਬ ਵਾਸਤੇ ਯਾਰ ਅਸੀਂ ਕੁਝ ਵੀ ਕਰਨ ਨੂੰ ਤਿਆਰ ਹਾਂ ਕਿ ਪੰਜਾਬ ਡਿਵੈਲਪ ਹੋਵੇ, ਪੰਜਾਬ ਸ਼ਾਂਤ ਰਵੇ। ਅੱਗੇ ਭੜਕਾਹਟ 'ਚ ਆ ਕੇ ਪੰਜਾਬ ਨੇ ਬਹੁਤ ਵਾਰ ਬਹੁਤ ਕੁਝ ਖੋਇਆ। 47 'ਚ ਵੀ ਬੜਾ ਨੁਕਸਾਨ ਹੋਇਆ ਤੇ 84 ਤੋਂ ਬਾਅਦ ਵੀ
ਸਰਕਾਰ ਦੀਆਂ ਏਜੰਸੀਆਂ ਨੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਤਾ ਕਿ ਪੰਜਾਬ ਦਾ ਨੁਕਸਾਨ ਹੋਇਆ। ਪੰਜਾਬ ਦਾ ਨੁਕਸਾਨ ਹੁਣ ਬਚਾਉਣਾ ਹੈ, ਆਪਾਂ ਇਹ 'ਚੋਂ ਪ੍ਰਾਪਤੀ ਕਰਕੇ ਜਾਣਾ ਹੈ। ਸੋ ਉਹਦੇ ਵਾਸਤੇ ਉਹਨਾਂ ਨੂੰ ਪੋਲੀਟੀਕਲ ਪਾਰਟੀਆਂ ਨੂੰ ਵਰਜਿਆ ਗਿਆ ਕਿ ਜਦੋਂ ਇਲੈਕਸ਼ਨ ਉਹ ਵੀ ਨਾਰਾਜ਼ ਨੇ, ਉਹ ਵੀ ਨਾਰਾਜ਼ ਨੇ, ਪੋਲੀਟੀਕਲ ਪਾਰਟੀਆਂ ਵੀ। ਨਹੀਂ, ਉਹ ਹੋਣਗੇ ਨਾਰਾਜ਼। ਕੱਲ੍ਹ ਕੈਪਟਨ ਸਾਹਿਬ ਦਾ ਇੱਕ ਬਿਆਨ ਆ ਗਿਆ ਕਿ ਜੀ ਇਹ ਮੋਰਚੇ ਐਂ ਕਰ ਦਿਓ ਪਹਿਲਾਂ ਉਹ ਕਹਿ ਦਿਓ ਸੁਖਵੀਰ ਨੇ ਉਦੋਂ ਕਹਿਤਾ ਸੀ ਸਟੇਜ ਤੋਂ ਕਿ ਭਾਈ ਅਸੀਂ ਇਸ਼ਾਰਾ ਕਰਤਾ ਤਾਂ ਐਂ ਹੋ ਜੂ। ਪਰ ਮੈਂ ਸਮਝਦਾ, ਮੈਂ ਕੱਲ ਕਿਹਾ ਸੀ ਜਦੋਂ ਕੈਪਟਨ ਸਾਹਿਬ ਨੇ ਕਿਹਾ ਕਿ ਡਿਵੈਲਪਮੈਂਟ ਰੁਕ ਜੂ, ਮੈਂ ਕਿਹਾ ਹੋਰ ਕੋਈ ਡਿਵੈਲਪਮੈਂਟ ਦਾ ਇਹਨਾਂ ਨੂੰ ਫਿਕਰ ਨਹੀਂ, ਇਹਨਾਂ ਦੀ ਪੋਲੀਟੀਕਲ ਡਿਵੈਲਪਮੈਂਟ ਜਿਹੜੀ ਉਹ ਰੁਕੀ ਹੋਈ ਹੈ। ਇਹਨਾਂ ਨੂੰ ਆਪਣੀਆਂ ਕੁਰਸੀਆਂ ਤੇ ਸੱਤਾ ਨਾਲ ਪਿਆਰ ਆ, ਇਹਨਾਂ ਦੀ ਕੁਰਸੀ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਰੁਕ ਰਹੀ ਹੈ। ਇਸ ਕਰਕੇ ਰੌਲਾ ਪਾਉਂਦੇ ਨੇ। ਕੋਈ ਗੱਲ ਨਹੀਂ, ਇਹਨਾਂ ਨੂੰ ਪਾ ਲੈਣ ਦਿਓ ਰੌਲਾ। ਜਿਹੜੀ ਅਸੀਂ ਕੋਈ ਬੱਤੀਆਂ ਨੇ ਬੈਠ ਕੇ ਫੈਸਲਾ ਲਿਆ ਔਰ ਇਹਨਾਂ ਦੇ ਨਾਲ ਬੈਠ ਕੇ ਕੀਤਾ ਫੈਸਲਾ, ਕੁਝ ਰਾਜਨੀਤਿਕ ਪਾਰਟੀਆਂ ਨੇ ਹਮਾਇਤ ਵੀ ਕੀਤੀ ਹੈ, ਤੇ ਮੈਂ ਸਮਝਦਾ ਪੰਜਾਬ ਦੇ ਭਲੇ ਵਾਸਤੇ ਕੀਤਾ, ਪੰਜਾਬ ਦੀ ਸ਼ਾਂਤੀ ਵਾਸਤੇ ਕੀਤਾ। ਧੰਨਵਾਦ ਰਾਏ ਸਾਹਿਬ, ਬਹੁਤ ਬਹੁਤ ਧੰਨਵਾਦ। ਇਹ ਸਾਡਾ ਪ੍ਰੋ ਪੰਜਾਬ ਟੀਵੀ ਦਾ ਵੀ ਤੇ ਯਾਦਵਿੰਦਰ ਵੀਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਇਹ ਸਨ ਮਨਜੀਤ ਰਾਏ, ਜਿਹੜੇ ਮੈਂ ਦੱਸ ਰਿਹਾ ਸੀ ਪਹਿਲੇ ਦਿਨ ਤੋਂ ਇਹ ਕਿਸਾਨ ਆਗੂ ਡਟੇ ਹੋਏ ਨੇ। ਔਰ ਉਸ ਤਰੀਕ ਤੋਂ 26 ਨੂੰ ਜਦੋਂ ਇੱਥੇ ਬਹੁਤ ਵੱਡਾ ਤਸ਼ੱਦਦ ਵੀ ਹੋਇਆ, ਮੁੰਡਿਆਂ ਤੇ ਬਹੁਤ ਕੁਝ ਹੋਇਆ, ਇੱਥੇ ਸਾਰੀਆਂ ਸਟੇਜਾਂ ਸੈੱਟ ਹੋਈਆਂ, ਉਦੋਂ ਤੋਂ ਲੜਾਈ ਲੜ ਰਹੇ ਆ। ਤੇ ਇਹਨਾਂ ਨੂੰ ਉਮੀਦ ਹੈ ਕਿ ਸਰਕਾਰ ਦੇ ਕੰਨੀ ਹੁਣ ਜੂੰ ਸਰਕੇਗੀ, ਸਰਕਾਰ ਕੋਈ ਨਾ ਕੋਈ ਫੈਸਲਾ ਅਜਿਹਾ ਲਵੇ ਜਿਹੜਾ ਕਿਸਾਨਾਂ ਦੇ ਹਿੱਤ 'ਚ ਹੋਵੇ। ਇਹਨਾਂ ਦਾ ਕਹਿਣਾ ਕਿ ਹਮੇਸ਼ਾ ਕਿਸਾਨ ਲਗਾਤਾਰ ਕੰਮ ਕਰਦੇ ਰਹੇ ਨੇ ਆਪਣੇ ਦੇਸ਼ ਲਈ, ਤੇ ਸਰਕਾਰ ਨੂੰ ਵੀ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਕੈਮਰਾਮੈਨ ਮਨਪ੍ਰੀਤ ਦੇ ਨਾਲ ਯਾਦਵਿੰਦਰ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।